सोनी बंदा बन जा ਜਿਹੜਾ ਤੂੰ ਇਹ ਧੰਦਾ ਸਾਂਭਿਆ ਵਾ ਨਾ ਆਪਣੀ ਬੜੀ ਕਮਾਈ ਤੈਨੂੰ ਉਦਾਂ ਹੀ ਇਹ ਜਿਹੜੇ ਲਿਆ ਕੇ ਉਧਰੋਂ ਝੋਨਾ ਇੱਥੇ ਤਕਾਲਾਂ ਨੂੰ ਭਰ ਕੇ ਤੇ ਮੰਡੀ ਵੇਚਦਾ ਇਹ ਬੰਦ ਕਰ ਦੇ ਧੰਦਾ। ਕੈਪਟਨ ਸਾਹਿਬ ਵੀ ਸੋਹਰਾ ਜਾ ਇਹਨਾਂ ਨੂੰ ਖਿੱਚੇ ਹੁਣ ਖਿਚਾਈ ਸਾਡੀ ਆਵਾਜ਼ ਕੈਪਟਨ ਤੱਕ ਪਹੁੰਚਾਓ ਵੀ ਤੇਰਾ ਸੋਨੀ ਥੱਲੇ ਕੀ ਕਰਨ ਡਿਆ। ਤੇਰਾ ਕੈਪਟਨ ਮੰਤਰੀ ਆ 15 ਗੱਡੀਆਂ 2 ਦਿਨਾਂ ਜਿਹਦੀਆਂ ਲੱਗੀਆਂ ਮਹੀਨੇ 'ਚ ਕਿੰਨੀਆਂ ਆਉਂਦੀਆਂ ਹੋਣਗੀਆਂ। ਇਹ ਗੱਡੀਆਂ ਦੇ ਸੋਨੀ ਦੇ ਕੰਟਰੋਲ ਹੋਣਾ ਚਾਹੀਦਾ। 18 ਤਰੀਕ ਨੂੰ ਰਾਤ ਆ ਟਰੱਕ ਜਿਹੜੇ ਆ ਇਹ ਯੂਪੀ ਤੋਂ ਆ ਰਹੇ ਸੀ। ਸਾਡੇ ਇੱਥੇ ਜਿਹੜੇ ਆਗੂ ਧਰਨੇ ਦੇ ਉੱਤੇ ਸੀ ਉਹਨਾਂ ਨੇ ਇਹਨਾਂ ਨੂੰ ਰੋਕਣਾ ਚਾਹਿਆ। ਉਹਨਾਂ ਨੇ ਇਹ ਟਰੱਕ ਜਿਹੜੇ ਆ ਉਹ ਦੂਸਰੇ ਪਾਸੇ ਥਾਣੀ ਲੈ ਕੇ ਅੱਗੇ ਜਾਣ ਦੀ ਗੱਲ ਕੀਤੀ ਤੇ ਸਾਡੇ ਆਗੂਆਂ ਨੇ ਇੱਥੇ ਜਦੋਂ ਟਰੱਕਾਂ ਵਾਲਿਆਂ ਨੂੰ ਪਿੱਛੇ ਸੱਦ ਕੇ ਕਿਹਾ ਵੀ ਤੁਸੀਂ ਕਿੱਥੋਂ ਆਏ ਜੀ, ਫਿਰ ਉਹਨਾਂ ਕਿਹਾ ਅਸੀਂ ਯੂਪੀ ਤੋਂ ਆਏ ਆ, ਝੋਨਾ ਵਾ ਸਾਡੇ। ਸਾਨੂੰ ਇਸ ਗੱਲ ਦੀ ਬੜੀ ਹੈਰਾਨਗੀ ਹੋਈ ਵੀ ਜਿਹੜਾ ਪੰਜਾਬ ਦਾ ਝੋਨਾ ਅੱਜ ਸਾਡੀਆਂ ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ ਮਿਲ ਰਿਹਾ। ਸਾਡੇ 15 ਦਿਨਾਂ ਤੋਂ ਜਿਹੜੇ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਬੈਠੇ ਆ ਤੇ ਯੂਪੀ ਤੋਂ ਜਿਹੜਾ ਝੋਨਾ ਆਣ ਕੇ ਆ ਉਹ ਸਾਡੇ ਇਹਨਾਂ ਦੇ ਸੈਲਰਾਂ ਦੇ ਵਿੱਚ ਲੱਗ ਰਿਹਾ ਵਾ ਤੇ ਇਹ ਵੱਡੇ ਲੋਕਾਂ ਦਾ ਝੋਨਾ ਵਾ ਤੇ ਸਾਡੀ ਇੱਥੇ ਲੁੱਟ ਹੋ ਰਹੀ ਆ। ਗੱਲ ਕਹੀ ਵੀ ਇਹਨਾਂ ਨੂੰ ਬਿਆਸ ਨਗਾ ਦਈਏ ਵਾਪਸ ਮੋੜ ਦਈਏ। ਅਸੀਂ 26 ਗੱਡੀਆਂ ਵਾਪਸ ਮੋੜ ਦਈਏ। ਇਹ 26 ਤੁਹਾਨੂੰ ਯਕੀਨ ਆਉਂਦਾ ਵਾ ਇਹ 26 ਗੱਡੀਆਂ ਇਹ ਬਾਰਡਰ ਤੇ ਚੱਲ ਜਾਣਗੀਆਂ। ਇਹਦੇ ਉੱਥੋਂ ਹੀ ਘੁਮਾ ਕੇ ਫਿਰ ਉਹਨਾਂ ਦੇ ਕੋਲ ਚੱਲ ਜਾਣਗੀਆਂ। ਜਿਹੜੇ ਬੰਦੇ ਆ 10-10 ਕਿੱਲੇ ਦੇ ਮਾਲਕ ਭਈਏ ਜਿਹੜੇ ਸਾਡੇ ਆਣ ਕੇ ਝੋਨਾ ਲਾਉਂਦੇ ਆ ਉਹਨਾਂ ਦੇ ਝੋਨਾ ਲਾ ਲਿਆ ਔਰ ਸਾਡੇ ਮੁੰਡਿਆਂ ਕੋਲ ਝੋਨਾ ਨਹੀਂ ਲੱਗਣਾ। ਸਾਡੇ ਮੁੰਡੇ ਆਤਮ ਹੱਤਿਆ ਕਰਕੇ ਮਰਨੇ। देखो जगरिया खाना था मैं पंजाब सिख मुकाते दो शेर उठे बाबा गरजा सिंह बाबा बूता सिंह उन्होंने चबार रोड से ला के नाका उन्हें दसता है जगरिया खान आना गड्ढा टका खोता टैक्स ला के चिट्ठी भेजती भी है। या तो अपनी कस्टडी में किसान भाइयों को अपनी कस्टडी में माल को हमारा खाली कराए और नहीं खाली कराते हैं तो हमको लिख करके दें यहाँ से डीएम एसएसपी जो भी इंचार्ज महोदय है और हमको वापस भेजा जाए। टॉप टीवी कैनेडा देख रहे सारे ही देश विदेश के दर्शकों का मैं हरजीत कौर स्वागत करती हाँ। दर्शकों जिथे खेती आर्डीनेंसां नूं लैके तुसीं देखिया कि जगह जगह रोज़ प्रदर्शन किया जा रहा है ਤੇ ਟੋਲ ਪਲਾਜ਼ੇ ਧਰਨੇ ਲਾਏ ਹੋਏ ਨੇ। ਟੋਲ ਪਲਾਜ਼ਿਆਂ ਤੇ ਵੀ ਤੇ ਜਿਹੜੇ ਕਿ ਰਿਲਾਇੰਸ ਦੇ ਪੈਟਰੋਲ ਪੰਪ ਨੇ ਉੱਥੇ ਵੀ ਧਰਨੇ ਲਗਾਏ। ਅਸੀਂ ਵੀ ਪਹੁੰਚੇ ਹਾਂ ਜਲੰਧਰ ਰੋਡ ਤੇ ਟੋਲ ਪਲਾਜ਼ੇ ਤੇ ਜਿੱਥੇ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਕਿ ਕੁਝ ਟਰੱਕ ਆ ਜਿਹੜੇ ਉਹ ਰੋਕੇ ਗਏ ਨੇ ਤੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਵੀ ਸ਼ੁਰੂ ਕੀਤਾ ਗਿਆ, ਧਰਨੇ ਵੀ ਲਗਾਏ ਗਏ ਨੇ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਕਿ ਟੋਲ ਪਲਾਜ਼ਾ ਤੇ ਇਹ ਕੁਝ ਟਰੱਕ ਕਿਉਂ ਰੋਕੇ ਗਏ ਨੇ। ਅਸੀਂ ਕਿਸਾਨਾਂ ਨਾਲ जानकारी लवांगे, किसानों तो पूछने की कोशिश करांगे कि किन्ने ट्रक आ जिहड़े इत्थे रुक गए। तुसीं देखते हो कि जीरी दे भरे ट्रक आ जिहड़े कहा गया कि यूपी तो आए ने। सोशल मीडिया ते भी इसदियां काफ़ी खबरां जिहड़ियां नशर कीतियां गईयां सी ते असीं बकायदा इत्थे पहुँच के इहदी जांच पड़ताल करांगे कि किन्ने ट्रक ने ते कित्थों आए ने। ते सो दर्शकों जिथे खेती आर्डीनेंसां नूं लैके किसान मजदूर एकता वालों भी 31 जथेबंदियां वालों जिहड़े धरने लगाए गए ने, मोर्चे कड्ढे जा रहे हैं कि ये जिहड़े खेती आर्डीनेंस केंद्र सरकार वालों पास किए गए उन्होंने रद्द किया जाए। तो असी टोल प्लाजा ते पहुंचे जलंधर रोड ते निज्जरपुरा जिहड़ा पिंड हैगा इत्थों दा ते इत्थों दी संगतां साडे नाल मौजूद है जिहड़ी कि टोल प्लाजे ते धरने उन्होंने लाए हुए ने। ते इत्थे तुसीं देख सकते हो कि कुछ ट्रक खड़े हुए ने जिहड़े जीरी दे भर के यूपी तो इत्थे आए हुए ने ते उह ट्रक्कां नूं भी इत्थे रोकिया गया हैगा कि कारपोरेट घराणिਆਂ ਨੂੰ ਇੱਥੇ ਜਿਹੜਾ फायदा पहुँचाने वास्ते इत्थे जिहड़ी फसल आ वो वेची जा रही सीगी ते ये ट्रक जिहड़े इत्थे रोके गए असीं तुहानूं भी दिखावांगे। ते साडे नाल आज़ाद संघर्ष कमेटी दे हरजिंदर सिंह जिहड़े प्रधान है वो भी मौजूद है। असीं उन्हां नाल भी गलबात करदे हां। सत श्री अकाल। सत श्री अकाल। तुसीं की कहना चाहोगे? पहलां तां असीं ट्रक्कां बारे तुहाडे तो जरूर जानना चाहांगे कि जिहड़े अज तुसीं ट्रक इत्थे रोके होए ने। मैं हरजिंदर सिंह टांडा सूबा प्रधान आज़ाद किसान संघर्ष कमेटी। ये ट्रक असीं कोई 18 तरीक ਦੇ ਇੱਥੇ ਰੋਕੇ ਹੋਏ ਆ। ਇਹ ਵੈਸੇ ਧਰਨਾ ਸਾਡਾ 1 ਤਰੀਕ ਤੋਂ ਸਾਰੇ ਪੰਜਾਬ ਦੇ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਸਾਡਾ ਸੰਘਰਸ਼ ਚੱਲ ਰਿਹਾ, ਜਿਹਦੇ ਵਿੱਚ ਟੋਲ ਪਲਾਜੇ, ਰਿਲਾਇੰਸ ਦੇ ਪੰਪ, ਇਹ ਆਪਣੇ ਇਹਨਾਂ ਦੇ ਵੱਡੇ ਭਾਜਪਾ ਦੇ ਜਿਹੜੇ ਆਗੂ ਆ ਜਿੱਦਾਂ ਸਵੇਦ ਮਲਕ ਵਰਗੇ, ਤੇ ਰੇਲਵੇ ਟਰੈਕਾਂ ਦੇ ਉੱਤੇ ਸਾਡਾ 1 ਤਰੀਕ ਤੋਂ ਜਿਹੜਾ ਵਾ ਉਹ ਧਰਨੇ ਚੱਲ ਰਿਹਾ।
18 ਤਰੀਕ ਨੂੰ ਰਾਤ ਆ ਟਰੱਕ ਜਿਹੜੇ ਆ ਇਹ ਯੂਪੀ ਤੋਂ ਆ ਰਹੇ ਸੀ। ਸਾਡੇ ਇੱਥੇ ਜਿਹੜੇ ਆਗੂ ਧਰਨੇ ਦੇ ਉੱਤੇ ਸੀ ਉਹਨਾਂ ਨੇ ਇਹਨਾਂ ਨੂੰ ਰੋਕਣਾ ਚਾਹਿਆ। ਉਹਨਾਂ ਨੇ ਇਹ ਟਰੱਕ ਜਿਹੜੇ ਆ ਉਹ ਦੂਸਰੇ ਪਾਸੇ ਥਾਣੀ ਲੈ ਕੇ ਅੱਗੇ ਜਾਣ ਦੀ ਗੱਲ ਕੀਤੀ ਤੇ ਸਾਡੇ ਆਗੂਆਂ ਨੇ ਇੱਥੇ ਜਦੋਂ ਟਰੱਕਾਂ ਵਾਲਿਆਂ ਨੂੰ ਪਿੱਛੇ ਛੱਡ ਕੇ ਕਿਹਾ ਵੀ ਤੁਸੀਂ ਕਿੱਥੋਂ ਆਏ ਜੇ, ਫਿਰ ਉਹਨਾਂ ਕਿਹਾ ਅਸੀਂ ਯੂਪੀ ਤੋਂ ਆਏ ਆ, ਝੋਨਾ ਵਾ ਸਾਡੇ ਕੋਲ। ਸਾਨੂੰ ਇਸ ਗੱਲ ਦੀ ਬੜੀ ਹੈਰਾਨਗੀ ਹੋਈ ਵੀ ਜਿਹੜਾ ਪੰਜਾਬ ਦਾ ਝੋਨਾ ਅੱਜ ਸਾਡੀਆਂ ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ ਮਿਲ ਰਿਹਾ। ਸਾਡੇ 15 ਦਿਨਾਂ ਤੋਂ ਜਿਹੜੇ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਬੈਠੇ ਆ ਤੇ ਯੂਪੀ ਤੋਂ ਜਿਹੜਾ ਝੋਨਾ ਆਣ ਕੇ ਆ ਉਹ ਸਾਡੇ ਇਹਨਾਂ ਦੇ ਸੈਲਰਾਂ ਦੇ ਵਿੱਚ ਲੱਗ ਰਿਹਾ ਵਾ ਤੇ ਇਹ ਵੱਡੇ ਲੋਕਾਂ ਦਾ ਝੋਨਾ ਵਾ ਤੇ ਸਾਡੀ ਇੱਥੇ ਲੁੱਟ ਹੋ ਰਹੀ ਆ। ਇਸ ਕਰਕੇ ਇਹਨਾਂ ਨੂੰ ਪਰਸੋਂ ਦਾ ਅਸੀਂ ਜਿਹੜਾ ਵਾ ਇੱਥੇ ਰੋਕਿਆ ਹੋਇਆ ਵਾ ਤੇ ਇਸ ਝੋਨੇ ਨੂੰ ਇਹ ਉੱਥੇ ਵੱਡੀ ਲੁੱਟ ਕਰਕੇ ਲੈ ਕੇ ਆਉਂਦੇ ਆ। ਜਿਹੜਾ ਸਾਡਾ ਵਪਾਰੀ ਆ, ਜਿਹੜੇ ਵੱਡੇ ਲੋਕ ਆ ਉੱਥੋਂ 1100 ਨੂੰ ਝੋਨਾ ਲੈ ਕੇ ਆਉਂਦੇ ਆ ਤੇ ਆਪਣੇ ਜਿਹੜੇ ਇੱਥੇ ਲਾ ਕੇ ਸੈਲਰਾਂ ਦੇ ਵਿੱਚ ਲਾ ਕੇ ਤੇ ਇਹਦਾ ਵੱਡਾ ਮੁਨਾਫਾ ਜਿਹੜਾ ਜਿਹੜੇ ਟਰੱਕ ਖਲੋਤੇ, ਇੱਕ ਟਰੱਕ ਮਗਰ ਕੋਈ 2 ਲੱਖ 2.5 ਲੱਖ ਰੁਪਏ ਦਾ ਜਿਹੜਾ ਇਹ ਬਚਤ ਕੱਢਦੇ ਆ ਤੇ ਸਾਡਾ ਕਿਸਾਨ ਪੰਜਾਬ ਦਾ ਜਿਹੜਾ ਇੱਥੇ ਰੁਲ ਰਿਹਾ ਵਾ ਉਹਦੀ ਕੋਈ ਸਾਰ ਨਹੀਂ ਲੈ ਰਿਹਾ। ਇਸ ਕਰਕੇ ਅਸੀਂ ਇਹ ਟਰੱਕ ਅੱਜ 4 ਦਿਨ ਹੋ ਗਏ ਇੱਥੇ ਡੱਕੇ ਹੋਏ ਆ। ਇਹਦੀ ਸਾਰੀ ਖਬਰ ਸਾਡੀ 21 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੋਈ ਸੀ। ਉੱਥੇ ਪੰਜਾਬ ਦੀ ਕੈਬਨਿਟ ਦੇ ਮੰਤਰੀ ਸਾਰੇ ਆਏ ਸੀ, ਫੂਡ ਸਪਲਾਈ ਮੰਤਰੀ ਵੀ ਆਸੂ ਵੀ ਆਏ ਸੀ, ਹੋਰ ਇਹਨਾਂ ਦੇ ਰਜਿੰਦਰ ਰੰਧਾਵਾ, ਸੁਖੀ ਰੰਧਾਵਾ, ਇਹ ਆਪਣੇ ਸੁਖ ਸਰਕਾਰੀਆ, ਇਹ 6 ਮੰਤਰੀ ਆਏ ਸੀ। ਉਸ ਦਿਨ ਰਾਤ ਅਸੀਂ ਟਰੱਕ ਫੜੇ ਹੋਏ ਸੀ। ਉਹ ਆਪਦੇ ਆਪ ਬਹੁਤ ਇਹ ਗੱਲ ਕਰਨ ਲੱਗੇ ਸੀ ਅਸੀਂ ਬਹੁਤ ਕਹਿੰਦੇ ਪੰਜਾਬ ਦੇ ਵਿੱਚ ਨਿਗਾਹ ਰੱਖ ਰਹੇ ਹਾਂ, ਬਾਹਰ ਦਾ ਝੋਨਾ ਨਹੀਂ ਆਉਣ ਦੇ ਰਹੇ। ਅੱਜ ਸ਼ੰਭੂ ਬਾਰਡਰ ਤੇ ਸਾਡਾ ਚੈਕਿੰਗ ਹੋ ਰਹੀ ਆ। ਮੈਂ ਉਹਨਾਂ ਨੂੰ ਉੱਥੇ ਕਿਹਾ ਸੀ ਵੀ ਅਸੀਂ ਰਾਤ ਦੇ ਟਰੱਕ ਜਿਹੜੇ ਆ ਅੰਮ੍ਰਿਤਸਰ ਫੜ ਕੇ ਜਿਹੜੇ ਆ ਉਹ ਡੱਕੇ ਹੋਏ ਆ ਤੇ ਯੂਪੀ ਤੋਂ ਝੋਨਾ ਆਇਆ ਵਾ। ਤੇ ਉੱਥੇ ਫਿਰ ਜਦੋਂ ਗੱਲ ਨਿਕਲੀ ਉਹ ਸਾਰੇ ਆਗੂਆਂ ਨੇ ਉੱਥੇ ਦੱਸਿਆ ਵੀ ਸਾਰੇ ਪੰਜਾਬ ਦੇ ਵਿੱਚ ਕੱਲੇ ਅੰਮ੍ਰਿਤਸਰ ਨਹੀਂ, ਇਹ ਪੰਜਾਬ ਦੇ ਵਿੱਚ ਸੈਂਕੜੇ ਟਰੱਕ ਰੋਜ਼ ਜਿਹੜੇ ਬਾਰਡਰ ਤੋਂ ਇੱਥੇ ਜਿਹੜੇ ਐਂਟਰ ਕਰ ਰਹੇ ਆ ਤੇ ਉੱਥੋਂ ਜਿਹੜਾ ਝੋਨਾ ਸਸਤਾ ਖਰੀਦ ਕੇ ਲਿਆ ਕੇ ਜਿਹੜੇ ਵਪਾਰੀ ਆ ਜਿਨ੍ਹਾਂ ਨੇ ਸਾਡੀਆਂ ਮੰਡੀਆਂ ਦੇ ਵਿੱਚੋਂ ਝੋਨਾ ਖਰੀਦਣਾ ਵਾ ਜਾਂ ਸੈਲਰਾਂ ਦੇ ਵਿੱਚ ਲਾਉਣਾ ਵਾ, ਉਹ ਆਪਦਾ ਸਸਤਾ ਝੋਨਾ ਲਾ ਕੇ ਤੇ ਆਪਦੇ ਫਾਇਦੇ ਕਮਾਉਣ ਵਾਸਤੇ ਇੱਥੋਂ ਦੇ ਕਿਸਾਨ ਨੂੰ ਜਿਹੜਾ ਵਾ ਉਹ ਨੁਕਸਾਨ ਪਹੁੰਚਾ ਰਿਹਾ। ਜਿੱਥੇ 31 ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ, 21 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਉਹਦੇ ਵਿੱਚ ਵੱਡੇ ਜਿਹੜੇ ਐਲਾਨ ਉਹ ਕੀਤੇ ਗਏ ਜਿਹੜੇ ਕਿ ਜਿਹੜਾ ਸੰਘਰਸ਼ ਉਹ ਹੋਰ ਤਿੱਖਾ ਕੀਤਾ ਜਾਵੇ। ਕੀ ਹੋਰ ਸੰਘਰਸ਼ ਨੂੰ ਤਿੱਖਾ ਕੀਤਾ ਜਾਏ? ਇਹ ਸੰਘਰਸ਼ 1 ਤਰੀਕ ਤੋਂ ਸਾਡਾ ਚੱਲ ਰਿਹਾ ਵਾ। ਆ ਜਿਹੜਾ ਵਿੱਚ ਗੱਲ ਆਉਂਦੀ ਸੀ ਕਿ ਆ ਜਿਹੜੀ ਡਾਈ ਦੀ ਸ਼ਾਰਟ ਆ ਸਕਦੀ ਆ, ਯੂਰੀਆ ਦੀ ਸ਼ਾਰਟ ਆ ਸਕਦੀ ਆ, ਬੱਤੀ ਦਾ ਸੰਕਟ ਜਿਹੜਾ ਵਾ ਹੋ ਸਕਦਾ ਵਾ, ਕੋਲਾ ਨਹੀਂ ਆ ਰਿਹਾ। ਇਸ ਕਰਕੇ ਜਿਹੜੀ ਸਰਕਾਰ ਹੈ ਸਾਡੀਆਂ ਮੂਵਮੈਂਟਾਂ ਨੂੰ ਜਿਹੜਾ ਵਾ ਨਾ ਇਹ ਕੋਈ ਕਿਸੇ ਨਾ ਕਿਤੇ ਠੇਡਾ ਲਾਉਣਾ ਚਾਹੁੰਦੀਆਂ ਵਾ। ਇਹ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਨਾ ਚਾਹੁੰਦੀਆਂ ਬੱਤੀ ਬੰਦ ਕਰ ਦੇਣਗੇ, ਕਹਿਣਗੇ ਕੋਲਾ ਨਹੀਂ ਆਇਆ। ਸਾਡੇ ਜਿਹੜੇ ਡਾਈ ਵਾਲੀਆਂ ਦੂਜੀਆਂ ਖਾਦਾਂ ਵਾਲੇ ਸਟੋਰ ਉਹਨਾਂ ਨੂੰ ਉੱਥੇ ਕਹਿਣਗੇ ਵੀ ਇਹ ਖਾਦ ਨਹੀਂ ਆਈ। ਕਿ ਇਹਨਾਂ ਦੇ ਉੱਤੇ ਇਹ ਗੱਲ ਜਾਵੇ ਵੀ ਕਿਸਾਨਾਂ ਨੇ ਰੇਲਾਂ ਰੋਕੀਆਂ ਵਾ ਤਾਂ ਖਾਦ ਨਹੀਂ ਆ ਰਹੀ, ਦੂਜੀਆਂ ਚੀਜ਼ਾਂ ਨਹੀਂ ਆ ਰਹੀਆਂ। ਇਸ ਕਰਕੇ ਉਸ ਦਿਨ ਫੈਸਲਾ ਲਿਆ ਗਿਆ 21 ਤਰੀਕ ਨੂੰ ਕਿ ਜਿਹੜੀਆਂ ਮਾਲ ਗੱਡੀਆਂ ਵਾ ਉਹ ਉਹਨਾਂ ਨੂੰ ਜਿਹੜਾ ਰਸਤਾ ਦਿੱਤਾ ਜਾਊਗਾ ਤੇ ਦੂਜੀਆਂ ਸਾਰਾ ਜਿਸ ਤਰੀਕੇ ਦੇ ਨਾਲ ਸਾਡਾ ਅੰਦੋਲਨ ਚੱਲ ਰਿਹਾ ਉਸੇ ਤਰੀਕੇ ਨਾਲ ਚੱਲੂਗਾ। 4 ਤਰੀਕ ਨੂੰ 4 ਨਵੰਬਰ ਨੂੰ ਫਿਰ ਚੰਡੀਗੜ੍ਹ ਦੇ ਵਿੱਚ ਸਾਡੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਆ। ਉਸ ਦਿਨ 4 ਤਰੀਕ ਨੂੰ ਅਗਲੇ ਸੰਘਰਸ਼ ਦਾ ਫੈਸਲਾ ਲਿਆ ਜਾਊਗਾ। ਜਿਹੜਾ ਪਹਿਲਾ ਸੰਘਰਸ਼ ਜਿਸ ਮਾਹੌਲ ਦੇ ਵਿੱਚ ਚੱਲ ਰਿਹਾ, ਜਿਹੜੀ ਸਪੀਡ ਨਾਲ ਚੱਲ ਰਿਹਾ ਉਸੇ ਨਾਲ ਚੱਲੂਗਾ। ਅਸੀਂ ਅੱਗੇ ਵੀ ਦੱਸ ਚੁੱਕੇ ਹਾਂ ਕਿ ਅੱਜ ਦਾ ਟੋਲ ਪਲਾਜ਼ੇ, ਰਿਲਾਇੰਸ ਪੰਪ, ਵੱਡੇ ਮਾਲ, ਇਹਨਾਂ ਦੇ ਸਵੇਦ ਮਲਕ ਵਰਗਿਆਂ ਦੇ ਘਰ, ਇਹ ਸਾਰਾ ਨਿਰੰਤਰ ਜਿਹੜਾ 1 ਤਰੀਕ ਤੋਂ ਚੱਲ ਰਿਹਾ। 4 ਤਰੀਕ ਤੋਂ ਇਹਦਾ ਜਿਹੜਾ ਰੁਖ ਵਾ ਹੋਰ ਕਿਸੇ ਤਰੀਕੇ ਨਾਲ ਬਦਲਿਆ ਜਾਊਗਾ। ਇਹ 5 ਤਰੀਕ ਤੱਕ ਸਿਰਫ ਤੇ ਸਿਰਫ ਜਿਹੜੀਆਂ ਮਾਲ ਗੱਡੀਆਂ ਉਹਨਾਂ ਨੂੰ ਅਸੀਂ ਜਿਹੜੇ ਰਸਤੇ ਦਿੱਤੇ ਹੋਏ ਆ। ਤੁਸੀਂ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ ਵੀ 3 ਦਿਨ ਦਾ ਇਜਲਾਸ ਜਿਹੜਾ ਚੱਲਿਆ ਗਿਆ, ਉਹਦੇ ਵਿੱਚ ਬਿੱਲ ਪਾਸ ਕੀਤੇ ਗਏ ਪਰ ਕੈਪਟਨ ਵੱਲੋਂ ਕਿਹਾ ਗਿਆ ਕਿ ਇਹਨਾਂ ਵਿੱਚ ਸੋਧ ਕਰਵਾਈ ਗਈ ਵਿਧਾਨ ਸਭਾ ਦੇ ਵਿੱਚ। ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਅਸੀਂ ਜੀ ਇੱਕ ਗੱਲ ਇਹ ਜ਼ਰੂਰ ਅੱਜ ਤੁਹਾਡੇ ਜਰੀਏ ਦੱਸਣੀ ਚਾਹੁੰਦੇ ਹਾਂ ਵੀ ਇਹ ਜਿਹੜਾ ਕੈਪਟਨ ਨੇ ਇਜਲਾਸ ਸੱਦਿਆ ਵਾ, ਇਹ ਕੋਈ ਇਹ ਨਹੀਂ ਵੀ ਉਹਨੇ ਆਪਦੀ ਮਰਜ਼ੀ ਨਾਲ ਇਜਲਾਸ ਸੱਦ ਲਿਆ ਵਾ। ਇਹ ਵੀ ਸਾਡੇ ਜਿਹੜਾ ਕਿਸਾਨਾਂ ਦੇ ਸੰਘਰਸ਼ ਦਾ ਉਹਦੇ ਉੱਤੇ ਦਬਾਅ ਸੀ ਤਾਂ ਸੱਦਿਆ ਵਾ ਉਹਨੇ। ਕੁਝ ਆ ਜਿਹੜਾ 6ਵੇਂ ਮਹੀਨੇ 'ਚ ਇਜਲਾਸ ਕਰਦੇ ਆ, ਉਹ ਜਿਹੜਾ ਇਜਲਾਸ ਕੀਤਾ ਸੀ ਉਹਦੀਆਂ ਜਿਹੜੀਆਂ ਦੂਸਰੀਆਂ ਧਿਰਾਂ ਸੀ ਉਹਨਾਂ ਬੜਾ ਰੌਲਾ ਪਾਇਆ ਸੀ ਕਿ ਇਜਲਾਸ ਜਿਹੜਾ ਤੁਸੀਂ ਛੋਟਾ ਕਰ ਰਹੇ ਜੇ, ਇਹਨੂੰ 1 ਹਫ਼ਤੇ ਦਾ ਜਾਂ 15 ਦਿਨਾਂ ਦਾ ਇਜਲਾਸ ਹੋਣਾ ਚਾਹੀਦਾ ਵਾ, ਤੁਸੀਂ 1 ਦਿਨ 'ਚ ਕਿਉਂ ਮੁਕਾ ਦੇਣ ਲੱਗੇ ਜੇ। ਉਸ ਦਿਨ 1 ਦਿਨ ਦੇ ਵਿੱਚ ਸਾਰਾ ਕੈਪਟਨ ਨੇ ਇਜਲਾਸ ਮੁਕਾਇਆ ਸੀ। ਪਰ ਅੱਜ ਸਾਨੂੰ ਹੈਰਾਨਗੀ ਵਾਲੀ ਗੱਲ ਆ ਕਿ 3 ਦਿਨ ਇਜਲਾਸ ਰੱਖਿਆ, 19, 20, 21 ਨੂੰ ਉਹਨੂੰ ਫਾਈਨਲ ਕੀਤਾ। ਉਹ ਕਿਉਂ ਕੀਤਾ ਕਿ ਸਾਡਾ ਕਿਸਾਨਾਂ ਦਾ ਥੱਲੇ ਦਬਾਅ ਸੀ, ਉਹਨੂੰ ਵਿਸ਼ੇਸ਼ ਇਜਲਾਸ ਸੱਦਣ ਵਾਸਤੇ ਅਸੀਂ ਮਜਬੂਰ ਕੀਤਾ। 25 ਤਰੀਕ ਨੂੰ ਜਿਹੜਾ ਪੰਜਾਬ ਬੰਦ ਹੋਇਆ ਸੀ ਨਵੰਬਰ ਨੂੰ, ਉਹਨੇ ਸਾਡੇ ਦੇਸ਼ ਨੂੰ ਹਿਲਾ ਕੇ ਰੱਖਤਾ। ਉਸ ਤੋਂ ਬਾਅਦ 29 ਤਰੀਕ ਨੂੰ ਸਾਡੇ ਨਾਲ 29 ਸਤੰਬਰ ਨੂੰ ਮੀਟਿੰਗ ਸੱਦੀ ਕੈਪਟਨ ਨੇ।
ਉਹਨੇ ਕਿਹਾ ਵੀ ਬਹਿ ਕੇ ਆਪਾਂ ਕੋਈ ਇਹਦਾ ਹੱਲ ਕਰੀਏ, ਕਿਉਂਕਿ ਮੈਂ ਵੀ ਚਾਹੁੰਦਾ ਵਾਂ ਕਿ ਪੰਜਾਬ ਦੇ ਕਿਸਾਨ ਵਾਸਤੇ ਘੱਟ ਗਿਆ। ਅਸੀਂ ਉਸ ਦਿਨ ਉਹਨੂੰ ਕਿਹਾ ਸੀ ਕਿ ਇੱਕ ਅਜਲਾਸ ਸੱਦ ਕੇ ਇਹਦੇ ਵਿੱਚ ਮਤਾ ਪਾਓ ਕਿ ਜਿਹੜੇ ਕਾਨੂੰਨ ਬਣੇ ਆ, ਸੈਂਟਰ ਨੇ ਬਣਾਏ ਆ, ਉਹਨੂੰ ਮੁੱਢੋਂ ਰੱਦ ਕਰੇ ਸਾਡੀ ਪੰਜਾਬ ਦੀ ਸਰਕਾਰ। ਸੋ ਉਹਨਾਂ ਨੇ ਮਤਾ ਪਾਇਆ ਵਾ। ਉਹਦੇ ਵਿੱਚ ਅਸੀਂ ਵੈਸੇ ਤੇ ਕਿਸਾਨਾਂ ਦੀ ਜਿੱਤ ਇਕਰਾਰ ਦਿੱਤਾ ਵਾ ਉਹਨੂੰ, ਪਰ ਉਹਦੇ ਵਿੱਚ ਕੁਝ ਕਮੀਆਂ ਹੈ ਆ, ਜਿਹੜੀਆਂ ਕਿ ਕਮੀਆਂ ਦੇ ਬਾਵਜੂਦ ਵੀ ਅਸੀਂ ਕਹਿੰਦੇ ਆ ਕਿ ਸਰਕਾਰਾਂ ਤੋਂ ਝੁਕ ਕੇ ਆਪਣੇ ਪੰਜਾਬ ਸਰਕਾਰ ਨੇ ਜਿਹੜਾ ਇਜਲਾਸ ਕਰਾਇਆ ਵਾ, ਜਿਹੜੀਆਂ ਕਮੀਆਂ ਵਾ ਉਹਨਾਂ ਤੇ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਫਿਰ ਆਪਣੇ ਮੁੱਖ ਮੰਤਰੀ ਨਾਲ ਗੱਲ ਰੱਖਾਂਗੇ। ਪਰ ਅਸੀਂ ਉਹ ਦੱਸਣਾ ਚਾਹੁੰਦੇ ਆ ਤੁਹਾਡੇ ਮੀਡੀਆ ਜਰੀਏ ਵੀ ਇਹ ਜੋ ਹੋਇਆ ਵਾ, ਇਹ 3 ਦਿਨ ਦਾ ਇਜਲਾਸ ਆ, ਇਹ ਕੋਈ ਸੁੱਤੇ ਸੁੱਧ ਨਹੀਂ ਹੋ ਗਿਆ। ਇਹ ਆ ਜਿਹੜੇ ਕਿਸਾਨ ਜਿਹੜੇ 1 ਮਹੀਨਾ ਤਕਰੀਬਨ ਉਹ ਚੱਲਿਆ, 1 ਤਰੀਕ ਤੋਂ ਲੈ ਕੇ ਅੱਜ 23 ਤਰੀਕ ਹੋ ਗਈ, 23 ਦਿਨਾਂ ਤੋਂ ਆ ਸੜਕਾਂ ਤੇ ਪਏ ਆ, ਇਹ ਆਪਣੇ ਰੇਲਾਂ ਦੇ ਟਰੈਕਾਂ ਦੇ ਬੀਟਿਆਂ ਦੇ ਉੱਤੇ ਪਏ ਆ। ਇਹ ਸਾਰਾ ਦਬਾਅ ਸੀ ਸਰਕਾਰ ਤੇ, ਤਾਂ ਇਜਲਾਸ ਸੱਦਿਆ ਵਾ। ਜਿਹੜਾ ਵੀ ਕੋਈ ਕਾਨੂੰਨ ਪਾਸ ਕੀਤਾ ਵਾ, ਅਸੀਂ ਬਹੁਤੇ ਸੰਤੁਸ਼ਟ ਤਾਂ ਨਹੀਂ ਗਏ ਉਹਦੇ ਵਿੱਚ, ਪਰ ਸਾਨੂੰ ਇੰਨਾ ਲੱਗਦਾ ਵੀ ਇਸ ਨੂੰ ਅਸੀਂ ਅੱਗੇ ਲੈ ਕੇ ਤੋਰ ਸਕਦੇ ਹਾਂ। ਪਰ ਦੇਖੋ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਹੋਰ 9 ਬਿੱਲ ਲੈ ਆਂਦੇ, ਉਹ 9 ਬਿੱਲਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਹਲੇ ਪਿਛਲਿਆਂ 'ਚ ਤਾਂ ਸੋਧ ਹੀ ਕੀਤੀ ਜਾ ਰਹੀ ਆ, ਰੱਦ ਤਾਂ ਕੀਤੇ ਨੇ ਪਰ ਫਿਰ ਵੀ 9 ਬਿੱਲ ਹੋਰ ਅੱਗੇ ਆ ਗਏ। ਇਹ ਜਿਹੜੇ ਨਵੇਂ ਬਿੱਲ ਲੈ ਕੇ ਆਉਂਦੇ ਆ ਨਾ ਜੀ, ਇਹ ਸਾਡੇ ਲੋਕਾਂ ਨੂੰ ਚੁੱਪ ਕਰਾਉਣ ਵਾਸਤੇ ਲੈ ਕੇ ਆਉਂਦੇ ਆ ਵੀ ਅਸੀਂ ਉਹ ਕਰ ਰਹੇ ਹਾਂ, ਜੇ ਕਰ ਰਹੇ ਹਾਂ, ਵਿੱਚੋਂ ਆਖਰ ਦੇ ਵਿੱਚ ਜਦੋਂ ਉਹਨਾਂ ਨੂੰ ਪੂਰਾ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਨੂੰ ਮੁਕੰਮਲ ਕਰਨਾ ਵਾ, ਉਦੋਂ ਕੁਝ ਨਹੀਂ ਨਿਕਲਣਾ ਉਹਨਾਂ ਦੇ ਵਿੱਚ। ਤਾਂ ਇਹ ਦਰਸ਼ਕੋ ਤੁਸੀਂ ਦੇਖਿਆ ਕਿ ਹਰਜਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਵੱਡੇ ਉਹਨਾਂ ਨੇ ਸੰਘਰਸ਼ ਐਲਾਨ ਕੀਤੇ ਨੇ, ਉਹ ਸੰਘਰਸ਼ ਹੋਰ ਤਿੱਖਾ ਕੀਤੇ ਜਾਵੇਗਾ। ਜਦ ਤੱਕ ਇਹ ਕਾਨੂੰਨ ਉਹਨਾਂ ਦਾ ਕਹਿਣਾ ਕਿ ਰੱਦ ਨਹੀਂ ਕੀਤੇ ਜਾਂਦੇ, ਸਾਡਾ ਸੰਘਰਸ਼ ਚੱਲਦਾ ਰਹੇਗਾ। 4 ਨਵੰਬਰ ਨੂੰ ਵੀ ਅੱਗੇ ਜਿਹੜੀ ਮੀਟਿੰਗ ਉਹ ਹੋਣ ਜਾ ਰਹੀ ਹੈ, ਉਹੀ ਤੁਹਾਨੂੰ ਅੱਗੇ ਵੀ ਦੱਸਾਂਗੇ ਕਿ ਉਹਦੇ ਵਿੱਚ ਕੀ ਫੈਸਲੇ ਲਏ ਗਏ ਨੇ। ਹੈਗਾ ਜਿਨ੍ਹਾਂ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਬਖੂਬੀ ਇੱਥੇ ਸੰਗਤਾਂ ਨੂੰ ਸਹਿਯੋਗ ਦੇ ਰਹੇ ਨੇ। ਧਰਨਾ ਦੇ ਲਾਉਣ ਵਾਲੀ ਜਿਹੜੀ ਸੰਗਤ ਇੱਥੇ ਬੈਠੀ ਆ, ਉਹਨਾਂ ਵਾਸਤੇ ਵੀ ਨਾਲ ਖੜੇ ਨੇ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਰਦਾ ਖਾਲਸਾ। ਮੈਂ ਗੁਰਦਿਆਲ ਸਿੰਘ, ਸਾਬਕਾ ਸਰਪੰਚ ਪਿੰਡ ਪੰਡੋਰੀ ਮਹਿਮੇ ਤੋਂ ਆ ਤੇ 1 ਤਰੀਕ ਤੋਂ ਬੈਠੇ ਆ, 7-8 ਤਾਈਂ ਬੈਠੇ ਆ। ਇਹ ਜੀ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਉਹਨਾਂ ਚਿਰ ਜਾਰੀ ਰਹੇਗਾ। ਜੇ ਹੁਣ 4 ਤਰੀਕ ਨੂੰ ਸਾਡਾ ਜਿਹੜਾ ਫਿਰ 31 ਜਥੇਬੰਦੀਆਂ ਦੀ ਉੱਥੇ ਮੀਟਿੰਗ ਦਾ, ਤੇ ਜੋ ਵੇਖੋ ਹੁਣ ਉਹਨੇ ਚਿਰ ਤੁਹਾਨੂੰ ਦੱਸ ਦਿੱਤਾ ਟਾਂਡਾ ਸਾਹਿਬ ਨੇ ਟਰੈਕ ਛੱਡਦੇ ਆ ਆਵਾਜਾਈ ਵਾਸਤੇ, ਮਾਲ ਲਿਆਉਣ ਵਾਸਤੇ, ਤੇ ਬਾਕੀ ਗੱਡੀਆਂ ਘੇਰੀਆਂ ਵਾ 26-27। ਸਰਪੰਚ ਸਾਹਿਬ ਤੁਸੀਂ ਇਸ ਪਿੰਡ ਦੇ ਸਰਪੰਚ ਹੋ ਹੈ ਨਾ, ਤੇ ਕਈ ਵਾਰੀ ਸੰਗਤਾਂ ਨੂੰ ਨਾ ਹਮੇਸ਼ਾ ਜ਼ਿਆਦਾ ਨਾ ਸਰਪੰਚਾਂ ਦੀ ਲੋੜ ਹੁੰਦੀ ਆ, ਕਿਉਂਕਿ ਕਈ ਐਦਾਂ ਦੇ ਜਿਹੜੇ ਫੈਸਲੇ ਉਹ ਇਕੱਲੇ ਨਹੀਂ ਲਏ ਜਾਂਦੇ ਨੇ, ਕਿ ਤੁਸੀਂ ਇਹਨਾਂ ਨਾਲ ਪੂਰਾ ਸਾਥ ਦਿੱਤਾ? ਹਾਂਜੀ, ਅਸੀਂ ਉਦੋਂ 1 ਤਰੀਕ ਤੋਂ ਨਾਲ ਹੈ ਜੀ, ਸ਼ੁਰੂ ਤੋਂ ਸਭ ਇੱਥੇ ਦੁੱਧ ਪ੍ਰਸ਼ਾਦ ਆ। ਲੰਗਰ ਪਾਣੀ ਦਾ ਪ੍ਰਬੰਧ ਕੀਤਾ? ਲੰਗਰ ਪਾਣੀ ਦਾ ਜੀ ਡਰਾਈਵਰਾਂ ਨੂੰ 3 ਟਾਈਮ ਖਵਾਈਦਾ, ਇਹਨਾਂ ਨੂੰ ਪਹਿਲਾਂ ਖਵਾਈਦਾ, ਆਪ ਚਾਹ ਬਾਅਦ 'ਚ ਛਕੀਦਾ। ਚਾਹ ਜਦੋਂ ਆਉਂਦੇ ਉਦੋਂ ਚਾਹ ਧਰਾ ਦਈਦੀ ਆ, ਤੇ ਬਹੁਤ ਵਧੀਆ ਚੱਲਦਾ। ਤੇ ਜਿੰਨਾ ਵੀ ਵੇਖੋ ਆਉਂਦੇ ਆ ਇੱਥੇ, ਪਰਸੋਂ ਹੁਣ ਗੱਡੀਆਂ ਘੁੰਮਦੀਆਂ ਘੇਰੇ, ਤੇ ਅਸੀਂ ਬੈਠੇ ਡਟੇ ਆ। ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ, ਅਸੀਂ ਤੇ ਇਹਨਾਂ ਦੇ ਪਰਚਾ ਕਰਾ ਕੇ ਰਹਾਂਗੇ। ਕਿਉਂ 2 ਨੰਬਰ ਦਾ ਮਾਲ ਆਇਆ, ਸਾਡੀਆਂ ਹੁਣ ਜਾ ਰਹੀਆਂ 1500 ਰੁਲਣੀਆਂ ਉੱਥੇ ਮੰਡੀਆਂ 'ਚ। ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਉਂ ਮੈਂ ਸੁਰਤ ਵਾਲੀ, ਮੇਰਾ 63-64 ਸਾਲ ਉਮਰ ਆ, ਅਜੇ ਤੱਕ ਮੈਂ ਸਰਕਾਰੀ ਖਰੀਦ ਨਹੀਂ ਵੇਖੀ ਉੱਥੇ। ਇਹ ਬਾਹਰੋਂ ਇੱਦਾਂ ਹੀ ਜਿਹੜਾ ਸਮਾਨ ਆਉਂਦਾ ਤਾਂ ਹੀ ਆਉਂਦੇ, ਮਾਲ ਆਉਂਦਾ 1500 ਨੂੰ 21 ਜੋ ਵੀ ਆ 11 21, ਤੇ ਜਦੋਂ ਬਾਹਰੋਂ ਸਸਤਾ ਮੰਗਾਉਂਦੇ, ਬਾਹਰੋਂ ਮੰਡੀਕਰਨ ਟੁੱਟਣ ਨਾਲ ਜਦੋਂ ਇੱਥੇ ਟੁੱਟ ਗਿਆ ਤੇ ਇੱਥੇ ਵੀ ਉਹੋ ਹਾਲ ਹੋਣਾ। ਸਾਡੇ ਪੈਸੇ ਸਾਡੀ ਲਿਮਟ ਉੱਥੇ ਪੂਰੀ ਕਰ ਦਿੰਦੇ ਆ ਜੀ। ਸਾਡੀ ਜਿਹੜੀ ਲਿਮਟ ਆ ਨਾ, ਸੈਂਟਰ ਗਵਰਨਮੈਂਟ ਤੋਂ ਸਾਨੂੰ ਲਿਮਟ ਮਿਲਦੀ ਪੰਜਾਬ ਗਵਰਨਮੈਂਟ ਨੂੰ 3500 ਕਰੋੜ ਦੀ, ਹੁਣ ਇਹਨਾਂ ਨੇ 30 ਦੀ ਕਰਤੀ ਆ। ਜਦੋਂ ਲਿਮਟ ਦਾ ਉਹਨਾਂ ਰੁਪਈਆ 35 ਜਾਂ 32 30 ਸਾਡੇ ਕਿਸਾਨਾਂ 'ਚ ਵੰਡਿਆ ਜਾਵੇ, ਕਿਸਾਨ ਦੀ ਸਰਕਾਰੀ ਬੋਲੀ ਉਹਦੇ ਤੇ ਮਾਲ ਵੇਗਿਆ, ਜੱਟ ਖੁਸ਼ ਆਊਗਾ। ਤੇ ਜਦੋਂ ਇਹਦੇ ਚੋਂ ਵੱਡਿਆਂ ਘਟਾਣਿਆਂ ਨੇ ਅੱਧੇ ਪੈਸੇ ਲੈ ਜਾਣੇ ਆ, 1500 ਕਰੋੜ ਦੀ ਨਾਲ ਚੱਲ ਗਿਆ। ਸਾਨੂੰ ਤਾਂ ਸਿਰਫ 1500 ਕਰੋੜ ਹੀ ਮਿਲਣਾ ਕਿਸਾਨਾਂ ਨੂੰ। 1500 ਕਰੋੜ ਜਿਹੜਾ ਵਾ, ਆਹ ਗੱਡੀਆਂ ਦਾ ਕਿੰਨਾ ਬਣਨਾ? ਆ ਮੈਂ ਹਿਸਾਬ ਲਾਉਣ ਡਿਆ, 2-3-4 ਕਰੋੜ ਦੀਆਂ ਤੇ ਇਹੋ ਹੀ ਆ। ਤੇ ਜੇ ਅਸੀਂ ਨਾ ਟੱਕਦੇ ਕਿਤੇ ਕਿੰਨੀਆਂ ਕਾਉਂਡੀਆਂ ਸੀ। ਇੱਥੇ ਇੱਕ ਮੰਡੀ 'ਚੋਂ 4 ਢੇਰੀਆਂ ਸਰਕਾਰੀ ਪੈਂਦੀਆਂ। ਅਸੀਂ ਆਨੇ ਹਾਂ ਕਿਉਂ ਸਰਕਾਰੀ ਪੈਂਦੀਆਂ, ਸਾਰਾ ਝੋਨਾ ਕਿਉਂ ਨਹੀਂ ਪੈਂਦਾ? ਸਾਨੂੰ ਹੁਣ ਪਤਾ ਲੱਗਾ ਵੀ ਚੋਰੀ ਬੜੀ ਤਗੜੀ ਆ। ਝੋਨਾ ਦੀ ਇਹ ਸਰਕਾਰੀ ਪੈ ਗਿਆ, ਸਾਡੀਆਂ ਪਾਈਆਂ 3 ਮੰਡੀ 'ਚੋਂ, ਬਾਕੀ ਕੀ ਜੀ ਆਉਣ ਤੋਂ 12 ਹੁਣ, ਆਉਣ ਤੋਂ 11 ਹੁਣ।
ਇਹਦਾ ਮੋਚਰ ਆ ਇਹ ਗਿੱਲਾ ਵਾ। ਹੁਣ ਸਾਨੂੰ ਪਤਾ ਲੱਗਾ ਕੋਈ ਮੋਚਰ ਨਹੀਂ, ਇਹ ਵੀ ਗਿੱਲਾ ਆ ਇਹ, ਪਰ ਇਹਦੇ 'ਚ ਇਹਨਾਂ ਨੂੰ ਪਜਣ ਡਿਆ ਵਾ 500 ਰੁਪਈਆ 1 ਕੁਆਂਟਲ ਮਗਰ। ਇਹ ਸਾਡੇ ਸੋਨੀ ਲਾਗੇ ਉਹਦਾ ਛੈਲਰ ਆ, ਹੁਣ ਉਹਦਾ ਛੈਲਰ ਨਹੀਂ, ਉਹਨੇ ਗੋਦਾਮ ਬਣਾਇਆ। ਆ 12 ਤੋਂ 15 ਗੱਡੀਆਂ ਉਹਦੀਆਂ ਵਾ ਇੱਥੇ ਘੇਰੀਆਂ, ਮੈਂ ਘੇਰੀਆਂ 15 ਗੱਡੀਆਂ ਇੱਥੇ ਨਾਲ ਆ ਸਾਡੇ ਅੰਮ੍ਰਿਤਸਰ ਕਾਲਜ ਦੇ ਬਿਲਕੁਲ ਸਾਹਮਣੇ। ਤੇ ਉਹ ਹੁਣ 15 ਗੱਡੀਆਂ ਉੱਥੇ ਲੈਣੀਆਂ, ਉੱਥੋਂ ਮਾਲ ਟਰਾਲਿਆਂ 'ਚ ਪੈ ਗਏ, ਮੰਡੀ ਜਾ ਕੇ ਸਰਕਾਰੀ 'ਚ ਪੈ ਜਾਣਾ। ਉਹਨੂੰ ਸਰਕਾਰੀ ਮਿਲ ਗਿਆ, ਜੱਟ ਨੂੰ ਸਰਕਾਰੀ ਕਿੱਥੋਂ ਮਿਲਣਾ? ਉਹ ਮੰਤਰੀ ਕਰਕੇ ਪੈ ਗਿਆ। ਉਹ ਇਸ ਕਰਕੇ ਜੱਟ ਜਿਹੜਾ ਵਾ ਇਹਨਾਂ ਗੱਡੀਆਂ ਨੂੰ ਅਸੀਂ ਨਹੀਂ ਜਾਣ ਦਾਂਗੇ ਜਿੰਨਾ ਚਿਰ ਉਹਨਾਂ ਦੇ ਪਰਚਾ ਕਰਾਵਾਂਗੇ। ਪਰਚਾ ਹੋਊ ਤੇ ਗੱਲ ਬਣੂਗੀ। ਜਿਹੜੀਆਂ ਗੱਡੀਆਂ ਹਰਿਆਣੇ ਦੀਆਂ ਵਾ ਉਹਨਾਂ ਬਾਰੇ ਅਸੀਂ ਕੋਈ ਫੈਸਲਾ ਲਾਂਗੇ ਕੀ ਕਰਨਾ ਵਾ। ਸਾਡੀ ਜਥੇਬੰਦੀ ਇਕੱਠੀ ਹੋਣ ਲੱਗੀ ਆ, 10 ਮਿੰਟਾਂ ਤੱਕ ਸਾਰੇ ਇਕੱਠੇ ਹੋਣ ਲੱਗੇ ਆ। ਉਹ ਗੱਡੀਆਂ ਦਾ ਅਸੀਂ ਕੀ ਕਰਨਾ ਵਾ ਉਹ ਸੋਚਾਂਗੇ। ਇਹਨਾਂ ਗੱਡੀਆਂ ਦੇ ਐਸਐਚਓ ਸਾਹਿਬ ਆਏ, ਉਹਨੂੰ ਕਿਹਾ ਜਿਹੜੀਆਂ ਗੱਡੀਆਂ ਯੂਪੀ ਤੋਂ ਆਈਆਂ ਵਾ ਉਹਨਾਂ ਦੇ ਪਰਚਾ ਕਰੋ। ਐਸਐਚਓ ਬਕਾਇਦਾ ਤੁਹਾਡੇ ਕੋਲ ਆ ਕੇ ਉਹਨਾਂ ਨੇ ਗੱਲਬਾਤ ਕੀਤੀ? ਐਸਐਚਓ ਹੁਣ ਵੀ ਬੈਠਾ ਗਿਆ ਸਾਡੇ ਕੋਲ। ਪਹਿਲੋਂ ਐਸਐਚਓ ਨੇ ਸਾਨੂੰ ਇਹ ਗੱਲ ਕਹੀ ਵੀ ਇਹਨਾਂ ਨੂੰ ਬਿਆਸ ਲੰਘਾ ਦਈਏ, ਵਾਪਸ ਮੋੜ ਦਈਏ। ਅਸੀਂ 26 ਗੱਡੀਆਂ ਵਾਪਸ ਮੋੜ ਦਈਏ। ਇਹ 26 ਤੁਹਾਨੂੰ ਯਕੀਨ ਆਉਂਦਾ ਵਾ ਇਹ 26 ਗੱਡੀਆਂ ਇਹ ਬਾਰਡਰ ਤੇ ਚੱਲ ਜਾਣਗੀਆਂ, ਇਹਦੇ ਉੱਥੋਂ ਹੀ ਘੁਮਾ ਕੇ ਫਿਰ ਉਹਨਾਂ ਦੇ ਕੋਲ ਚੱਲ ਜਾਣਗੀਆਂ। ਮੰਤਰੀ ਦੀਆਂ ਗੱਡੀਆਂ ਹੁਣ ਤੇ ਵਾਪਸ ਚੱਲ ਜਾਣ, ਇਹ ਵਾਪਸ ਅਸੀਂ ਕਰਾਵਾਂਗੇ ਪਰਚਾ ਦਰਜ ਕਰਾ ਕੇ। ਐਸਐਚਓ ਹੁਣ ਵੀ ਬੈਠੇ ਗਏ ਸਾਡੇ ਕੋਲ, ਉਹਨਾਂ ਨੇ ਇਹੋ ਗੱਲ ਉਹਨੇ ਕਿਹਾ ਅਸੀਂ ਪਰਚਾ ਦੇ ਦਿੰਦੇ ਆ। ਡਰਾਈਵਰ ਦੱਸਦੇ ਵੀ ਹਜ਼ਾਰ ਗੱਡੀ ਰੋਜ਼ ਉੱਥੋਂ ਆਉਂਦੀ ਆ। 10 ਸਾਲ ਹੋ ਗਏ 2006 ਦਾ ਉੱਥੋਂ ਟੁੱਟਾ ਮੰਡੀ ਕਰਨਾ ਯੂਪੀ 'ਚੋਂ, ਉੱਥੇ ਕੋਈ ਪੁੱਛਦਾ ਨਹੀਂ ਗਾ। ਜੇ ਇੱਥੇ ਹੁਣ ਜਿੱਦਾਂ ਨੇ ਮੋਦੀ ਨੇ ਬਣਾਤਾ ਉਹ ਜਾ, ਤੇ ਜੇ ਇੱਥੇ ਟੁੱਟ ਗਿਆ ਮੰਡੀ ਕਰਨਾ ਤੇ ਸਾਡਾ ਵੀ ਭਈਆਂ ਵਾਲਾ ਹੀ ਹਾਲ ਹੋਣਾ। ਵਿਚਾਰੇ ਪੈਲੀਆਂ ਵਾਲੇ ਆ, ਜਾਇਦਾਦਾਂ ਵਾਲੇ ਆ, ਉਹ ਇਧਰ ਆਣ ਕੇ ਵਿਚਾਰੇ ਪੱਲੇਦਾਰੀ ਦਿਹਾੜੀਆਂ ਝੋਨਾ ਲਾਉਂਦੇ, ਦਿਹਾੜੀਆਂ ਕਰਦੇ ਆ। ਸਿਰ ਇਸੇ ਕਰਕੇ ਲੱਗਦੇ ਉੱਥੇ ਝੋਨਾ ਨੂੰ ਪੁੱਛਦਾ ਕੋਈ ਨਹੀਂ ਗਾ। ਉੱਥੇ 900 ਨੂੰ ਤੇ ਇੱਥੇ ਲਿਆਣ ਕੇ 10 ਸਾਲ ਹੋ ਗਏ ਮੇਰਾ ਲਗਭਗ 2006 ਦਾ ਉੱਥੋਂ ਮੰਡੀ ਕਰਨ ਟੁੱਟਾ। ਉਦੋਂ ਦੀਆਂ ਸਾਨੂੰ ਤਾਂ ਪਤਾ ਹੀ ਹੋਣ ਲੱਗਾ ਇੱਥੇ ਟੂਲ ਪਲਾਜ਼ੇ ਤੇ ਬੈਠੇ ਕਰਕੇ। ਸਾਨੂੰ ਤਾਂ ਹੀ ਪਤਾ ਲੱਗਾ ਅਸੀਂ ਰੱਖੀਆਂ ਗੱਡੀਆਂ ਕਿੱਥੇ ਚੱਲੀਆਂ। ਇਹੋ ਜਿਹੇ ਉਹ ਚੱਲੀਆਂ ਇੱਥੇ ਨਾਲ ਹੀ ਆ ਸੋਨੀ ਦਾ ਗੋਦਾਮ, ਉੱਥੇ ਚੱਲੀਆਂ ਜੀ। ਟਾਂਗਰੇ ਦੇ ਪਰਲੇ ਬੰਨੇ ਦਾ ਸ਼ੈਲਰ ਹੈ ਜੀ। ਤੇ ਹੁਣ ਸਾਨੂੰ ਯਾਦ ਹੋਇਆ ਵੀ ਉਹ ਡਰਾਈਵਰ ਨੂੰ ਪੁੱਛਿਆ, ਡਰਾਈਵਰ ਦੇ ਰੋਜ਼ ਦੀ ਹਜ਼ਾਰ ਗੱਡੀ ਉੱਥੋਂ ਭਰਦੀ ਆ, ਹਜ਼ਾਰ ਜਿਹੜੀ ਪੰਜਾਬ 'ਚ ਆਉਂਦੀ ਯੂਪੀ 'ਚੋਂ। ਕਿਉਂ ਉੱਥੋਂ ਮੰਡੀ ਕਰਨ ਟੁੱਟਾ ਤਾਂ ਮੁਫਤ ਮਿਲਦੀਆਂ ਇਹਨਾਂ ਨੂੰ। ਤੇ ਇੱਥੇ ਸਾਡਾ ਫਿਰ ਹੁਣ ਜਦੋਂ ਇਹਨਾਂ ਦਾ ਕੋਟਾ ਪੂਰਾ ਹੋ ਗਿਆ ਤੇ ਇੱਥੇ ਸਰਕਾਰੀ ਖਰੀਦ ਤੁਹਾਨੂੰ ਲੱਗੂ ਕਿਹਦੀ ਲੱਗੂਗੀ? ਕਿ ਕਰਮਾਂ ਵਾਲੇ ਦੀ ਲੱਗੂਗੀ। ਸਾਰੀ ਮੰਡੀ 'ਚੋਂ 2 ਜਾਂ 3 ਢੇਰੀਆਂ ਚੁੱਕਣੇ ਬਾਕੀ ਇਹਨਾਂ ਦਾ ਇੱਧਰੋਂ ਕੋਟਾ ਪੂਰਾ ਕਰੀ ਜਾਂਦੇ ਆ। ਤੇ ਇਹ ਤਾਂ ਜੋ ਵੱਧ ਤੋਂ ਵੱਧ ਅਸੀਂ ਆਪਣਾ ਜਿੰਨਾ ਵੀ ਦਬਾਅ ਪਾਵਾਂਗੇ ਮੋਦੀ 'ਤੇ ਵੀ ਪਾਵਾਂਗੇ, ਜਿੱਦਾਂ ਪੈਂਦਾ ਅਸੀਂ ਇਹਨੂੰ ਮਨਾਵਾਂਗੇ ਜਿੱਦਾਂ ਵੀ ਮੰਨਦਾ। ਤੇ ਸਾਰਾ ਫੈਸਲਾ 31 ਜਥੇਬੰਦੀਆਂ ਜੋ ਕਰਨਗੀਆਂ ਉਹ ਹੀ ਹੋਊਗਾ। 4 ਤਰੀਕ ਨੂੰ ਹੁਣ ਫਿਰ ਸਾਡੀ ਉੱਥੇ ਮੀਟਿੰਗ ਆ ਚੰਡੀਗੜ੍ਹ। ਤੇ ਬਾਕੀ ਵੇਖੋ ਜੋ ਗੁਰੂ ਰਾਮਦਾਸ ਕਰਦਾ ਸਿੱਧਾ ਹੀ ਕਰਨਾ ਹੁੰਦਾ। ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਜਦੋਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ। ਦੇਖੋ ਜਗਰੀਆ ਖਾਨਾ ਦਾ ਮੈਂ ਪੰਜਾਬ 'ਚ ਸਿੱਖ ਮਕਾਤ ਤੇ ਆ। 2 ਸ਼ੇਰ ਉੱਠੇ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ। ਉਹਨਾਂ ਚੁਬਾਰ ਰੋਡ ਤੇ ਲਾ ਕੇ ਨਾਕਾ ਉਹਨਾਂ ਦੱਸਤਾ ਹੈ ਜਗਰੀਆ ਖਾਨ ਨੂੰ, ਆਨਾ ਗੱਡਾ ਟਕਾ ਖੋਤਾ, ਟੈਕਸ ਲਾ ਕੇ ਉਹਨੂੰ ਚਿੱਠੀ ਭੇਜਤੀ ਵੀ ਅਸੀਂ ਹੈਗੇ ਆ। ਜੇ ਹਰਿਮੰਦਰ ਸਾਹਿਬ ਬੈਠਾ ਦਸਾ ਰੰਗੜ, ਉਹਨੂੰ ਵੀ ਦੱਸਤਾ ਇਥੋਂ ਸਿੰਘਾਣ ਕੇ। ਜੇ ਮੁੜ ਕੇ ਬਾਅਦ 'ਚ ਜਿਹੜੇ ਹੋਏ ਆ ਵੇਖੋ ਕਿੰਨੇ ਹੋਏ ਆ। ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਕੁਝ ਨਹੀਂ ਹੋਣਾ। ਇਹ ਇਹਨਾਂ ਦਾ ਬੇੜਾ ਗਰਕ ਹੋਣਾ ਜਿਹੜੇ ਕਰਦੇ ਆ। ਇਹ ਜਨਤਾ ਨੂੰ ਕੁਝ ਨਹੀਂ ਹੋਣਾ, ਕੁਝ ਨਹੀਂ, ਜਨਤਾ ਦਾ ਕੁਝ ਨਹੀਂ ਵਿਗਾੜ ਸਕਦੇ। ਬਾਕੀ ਜੋ ਵਾਹਿਗੁਰੂ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਾਡਾ ਮੰਤਰੀ ਹੈ ਸੋਨੀ ਦੇ ਕਿੰਨਾ ਮਾਣ ਇਲਾਕੇ ਨੂੰ ਵੋਟਾਂ ਪੰਜਾਬ ਤੋਂ ਲੈਂਦਾ ਵੀ ਵੋਟਾਂ ਇਸ ਇਲਾਕੇ ਦੀਆਂ, ਤੇ ਮਾਲ ਲਿਆ ਕੇ ਬਾਹਰੋਂ ਇਸ ਵਾਲੇ ਜੱਟ ਨੂੰ ਕਹਿੰਦਾ ਤੂੰ ਫਾਹ ਲੈ ਕੇ ਮਰ ਜਾ। ਯੂਪੀ ਦੇ ਜਿਹੜੇ ਬੰਦੇ ਆ 10 ਕਿੱਲੇ ਦੇ ਮਾਲਕ ਭਈਏ ਜਿਹੜੇ ਸਾਡੇ ਆਣ ਕੇ ਝੋਨਾ ਲਾਉਂਦੇ ਆ, ਉਹਨਾਂ ਦੇ ਝੋਨਾ ਲਾ ਲਿਆ ਔਰ ਸਾਡੇ ਮੁੰਡਿਆਂ ਕੋਲ ਝੋਨਾ ਨਹੀਂ ਲੱਗਣਾ। ਸਾਡੇ ਮੁੰਡੇ ਆਤਮ ਹੱਤਿਆ ਕਰਕੇ ਮਰਨਗੇ। ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਨੂੰ ਜਿਹੜੇ ਸੈਲਰ ਵਾਲੇ ਖੁਦ ਕਿਰਾਇਆ ਭਾੜਾ ਦੇ ਕੇ ਤੁਹਾਨੂੰ ਵਾਪਸ ਭੇਜਣ? हाँ जी, या तो अपनी कस्टडी में किसान भाइयों को अपनी कस्टडी में माल को हमारा खाली कराएं, और नहीं खाली कराते हैं तो हमको लिख करके दें यहाँ से डीएम एसएसपी जो भी इंचार्ज महोदय है, और हमको वापस भेजा जाए तो हम वापस ले जाने को भी यूपी तैयार है। हाँ जी। ਸੋ ਸਾਡੇ ਨਾਲ ਹਰਿਆਣੇ ਦੇ ਵੀ ਕੁਝ ਡਰਾਈਵਰ ਮੌਜੂਦ ਨੇ ਜਿਹੜੇ ਇੱਥੇ ਲੈ ਕੇ ਆਏ ਨੇ ਪੰਜਾਬ ਆਪਣੀ ਜੀਰੀ, ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਹਰਿਆਣੇ ਤੋਂ ਮਾਲ ਇੱਥੇ ਲੈ ਕੇ ਆਏ, ਤੁਹਾਨੂੰ ਕੀ ਪ੍ਰੋਬਲਮ, ਕਿਵੇਂ ਲੈ ਕੇ ਆਏ ਤੁਸੀਂ ਮਾਲ? ਪ੍ਰੋਬਲਮ ਤੇ ਵੇਖੋ ਮੈਡਮ, ਜਿਵੇਂ ਸ਼ੈਲਰ ਵਾਲਿਆਂ ਨੇ ਮਾਲ ਮੰਗਵਾਇਆ ਹੈ, ਅਸੀਂ ਉਸ ਤਰ੍ਹਾਂ ਲੈ ਕੇ ਆਏ ਆ। ਅਸੀਂ ਤਾਂ ਮਜ਼ਦੂਰ ਬੰਦਿਆਂ ਦਿਹਾੜੀ ਕਰਨੀ ਹੈ ਜੀ। ਵੇਖੋ ਤੇ ਅਸੀਂ ਤੋੜ ਆਪਣਾ ਸਪੀਦੋ ਮੰਡੀ ਤੋਂ ਆਏ ਆ। ਸਾਡੇ ਰਾਜ ਕਈ ਥਾਂ ਤੇ ਕਾਗਜ਼ ਚੈੱਕ ਕੀਤੇ ਨੇ, ਵੇਖ ਕੇ ਮਾਲ ਵੇਖ ਕੇ ਕਾਗਜ਼ ਵੇਖ ਕੇ ਛੱਡ ਦਿੰਦੇ ਹਨ।
ਬਸ ਇਸ ਜਗ੍ਹਾ ਤੇ ਆ ਕੇ ਇਹਨਾਂ ਨੇ ਸਾਨੂੰ ਅੱਗੇ ਕਾਗਜ਼ ਦਿਓ। ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈਗਾ ਹਨਾ, ਸੰਘਰਸ਼ ਕੀਤਾ ਜਾ ਰਿਹਾ ਉਹ ਖੇਤੀ ਆਰਡੀਨੈਂਸ ਨੂੰ ਲੈ ਕੇ? ਸਾਨੂੰ ਮੈਡਮ ਜੀ ਇਹਨਾਂ ਨੇ ਇੱਕੋ ਹੀ ਗੱਲ ਪਤਾ ਲੱਗੀ ਸੀ ਜਦੋਂ ਇਸ ਟਾਈਮ ਮੈਂ ਗੱਡੀ ਲੋਡ ਕੀਤੀ ਸੀ ਵੀ ਜਿਹੜਾ ਮੋਟਾ ਝੋਨਾ ਹੈ ਨਾ ਪੀਅਰ, ਉਹਦੇ ਕਰਕੇ ਗੱਡੀਆਂ ਡੱਕਦੇ ਪਏ ਨੇ। ਜੇ ਸਾਨੂੰ ਪਤਾ ਹੁੰਦਾ ਵੀ ਇਹ 11-21 ਨੂੰ ਵੀ ਲੋਕ ਰੋਕ ਰਹੇ ਨੇ ਤੇ ਅਸੀਂ ਨਾ ਲੋਡ ਕਰਦੇ। ਬਸ ਇਸ ਗੱਲ ਦਾ ਰੌਲਾ ਹੈ ਜੀ। ਹਰਿਆਣੇ ਦੇ ਵਿੱਚ ਝੋਨੇ ਦੀ ਕੀ ਆਮਦਨ ਹੈਗੀ? ਹਾਂਜੀ, ਹਰਿਆਣੇ ਦੇ ਵਿੱਚ ਝੋਨੇ ਦੀ ਕੀ ਆਮਦਨ ਹੈਗੀ ਆ? ਹਰਿਆਣੇ 'ਚ ਵੀ ਇਹ 23-2400 ਰੁਪਏ ਨੂੰ ਵਿਕਦਾ ਪਿਆ। ਕੀ ਆਪਾਂ ਇਹ ਜਿਹੜਾ ਹਰਿਆਣੇ ਦਾ ਝੋਨਾ ਪੰਜਾਬ ਆ ਕੇ ਵਿਕ ਰਿਹਾ, ਕਿ ਉੱਥੇ ਨਹੀਂ ਵਿਕ ਸਕਦਾ? ਉੱਥੇ ਹੀ ਵਿਕ ਸਕਦਾ ਇਹ। ਮੈਡਮ ਜੀ ਵੇਖੋ, ਸ਼ੈਲਰ ਵਾਲਿਆਂ ਦਾ ਕੰਮ ਹੈ ਵੀ ਕਿੱਥੋਂ ਮਾਲ ਕਿੰਨੇ ਲੈਣਾ ਹੈ, ਕਿੰਨੇ ਖਰੀਦਣਾ ਹੈ। ਤੇ ਇਸ ਗੱਲ ਦਾ ਅਸੀਂ ਤੇ ਦਿਹਾੜੀਦਾਰ ਬੰਦੇ ਆ, ਅਸੀਂ ਤੇ ਕਿਰਾਇਆ ਕਰਨਾ ਹੈ ਜੀ। ਸਾਡੇ ਲੋ ਤਾਂ ਭਾਵੇਂ ਇੱਥੋਂ ਹੁਣ ਫਿਰ ਵਾਪਸ ਘੱਲ ਦੇਣਾ, ਅਸੀਂ ਤੇ ਫਿਰ ਕਿਰਾਇਆ ਲੈਣਾ ਇਹਨਾਂ ਤੋਂ। ਤੇ ਸਾਡਾ ਤਾਂ ਕੋਈ ਨਾ ਕੋਈ ਸਮਾਧਾਨ ਕਰਨ। 5-5 6-6 ਦਿਨ ਹੋ ਗਏ ਨੇ ਖਲੋਤਿਆਂ ਨੂੰ, ਕਿਸ਼ਤਾਂ ਵਾਲੀਆਂ ਗੱਡੀਆਂ ਨੇ, ਕਿੰਨੇ ਕੁ ਦਿਨ ਖਲੋਤੇ ਰਹਾਂਗੇ ਜੀ ਇੱਥੇ ਵੀ ਕੋਈ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸ਼ਤਾਂ ਤੇ ਗੱਡੀਆਂ ਨੇ ਹਨਾ, ਕਿੰਨਾ ਚਿਰ ਸਾਨੂੰ ਇੱਥੇ ਹੋਰ ਖਲੋਣਾ ਪਏਗਾ? ਤੁਹਾਨੂੰ ਲੱਗਦਾ ਨਹੀਂ ਕਿ ਉਹ ਸੈਲਰਾਂ ਵਾਲੇ ਦੀ ਪ੍ਰੋਬਲਮ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਉਹਨਾਂ ਨੇ ਤੁਹਾਡਾ ਕੋਈ ਵੀ ਹੱਲ ਕੱਢਣਾ ਹੋਏਗਾ? ਉਹਨਾਂ ਨੂੰ ਮੈਡਮ ਫੋਨ ਕਰਨ ਦੇ ਆ, ਉਹ ਵੀ ਕਹਿ ਰਹੇ ਨੇ ਅਸੀਂ ਆਪਣੇ ਬੰਦੇ ਛੱਡੇ ਹੋਏ ਨੇ, ਕਰਦੇ ਪਏ ਨੇ, ਲੱਗੇ ਹੁੰਦੇ ਨੇ ਤੁਹਾਡੇ ਕੋਲ, ਪਰ ਅਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ। ਬਸ ਤੇ ਜਿੱਥੇ ਤੁਸੀਂ ਇਹ ਕਿਸਾਨਾਂ ਦੀ ਗੱਲ ਕਰਦੇ ਕਿ ਕਿਸਾਨਾਂ ਨੇ ਤੁਹਾਨੂੰ ਰੋਕਿਆ, ਕਿ ਇਹਨਾਂ ਨੇ ਤੁਹਾਨੂੰ ਕੁਝ ਕਿਹਾ ਜਾਂ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਨਾ ਜੀ ਨਾ, ਇਹੋ ਜੀ ਕੋਈ ਗੱਲ ਨਹੀਂ ਮੈਡਮ। ਸਾਨੂੰ ਨਾ ਇਹਨਾਂ ਨੇ ਕੋਈ ਮਾੜਾ ਚੰਗਾ ਕਿਹਾ। ਇਹਨਾਂ ਸਾਨੂੰ ਕਿਹਾ ਵੀ ਆਪਣੇ ਬਿੱਲ ਵਿਖਾ ਦਿਓ, ਕਾਗਜ਼ ਵਿਖਾਓ ਗੱਡੀ ਦੇ। ਅਸੀਂ ਬਿੱਲ ਵਿਖਾਏ ਨੇ ਤੇ ਨਾ ਕਿਹਾ ਸਾਈਡ ਤੇ ਲਾ ਦਿਓ, ਅਸੀਂ ਸਾਈਡ ਤੇ ਲਾਤੀਆਂ ਨੇ ਬਸ। ਰਾਤਾਂ ਕੱਟਣ ਦੇ ਵਿੱਚ ਮੁਸ਼ਕਲ ਆ ਰਹੀਆਂ, ਪਰ ਖਾਣ ਪੀਣ ਦੇ ਵਿੱਚ कोई परेशानी नहीं, बना लेते हैं, खा लेते हैं, इनके पास भी खा लेते हैं। ਸੋ ਦਰਸ਼ਕੋ ਤੁਸੀਂ ਦੇਖਿਆ ਕਿ ਜਿਹੜੇ ਸੈਲਰਾਂ ਵਾਲਿਆਂ ਨੇ ਇਹ ਜੀਰੀ ਮੰਗਵਾਈ ਸੀ ਉਹ ਵੀ ਇਹਨਾਂ ਦੀ ਕੋਈ ਖੈਰ ਨਹੀਂ ਪੁੱਛ ਰਹੇ। ਉਹ ਅਜੇ ਤੱਕ ਜਿਹੜੇ ਟਰੱਕ ਹੈ ਇੱਥੇ ਖੜੇ ਹੋ, ਇੱਥੇ ਮੰਨਣਾ ਪਏਗਾ ਕਿ ਇਹ ਡਰਾਈਵਰਾਂ ਦਾ ਤਾਂ ਕੋਈ ਕਸੂਰ ਨਹੀਂ, ਇਹ ਕਾਰਪੋਰੇਟ ਘਰਾਣਿਆਂ ਦਾ ਕਸੂਰ ਹੈ ਜਿਹੜੇ ਕਿ ਆਪਣੇ ਗੋਦਾਮਾਂ ਦੇ ਵਿੱਚ ਇਹ ਝੋਨਾ ਪਾਉਣ ਵਾਸਤੇ ਉੱਥੋਂ ਖਰੀਦਦਾਰੀ ਕਰਕੇ ਪੰਜਾਬ ਦੇ ਵਿੱਚ ਲਿਆ ਰਹੇ ਨੇ, ਉਹ ਕਿਸਾਨੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ। ਪਰ ਉਹ ਅਜੇ ਇਹਨਾਂ ਡਰਾਈਵਰਾਂ ਨੂੰ ਵੀ ਇੱਥੋਂ ਨਾ ਤਾਂ ਵਾਪਸ ਭੇਜ ਰਹੇ ਨੇ ਤੇ ਨਾ ਹੀ ਇਹਨਾਂ ਦੀ ਕੋਈ ਆ ਕੇ ਬਾਂਹ ਫੜ ਰਹੇ ਨੇ। ਇਹ ਅਸੀਂ ਦੱਸਣ ਦਾ ਸੋਨੀ ਨੂੰ, ਸੋਨੀ ਬੰਦਾ ਬਣ ਜਾ, ਜਿਹੜਾ ਤੂੰ ਇਹ ਧੰਦਾ ਸਾਂਭਿਆ ਵਾ ਨਾ, ਆਪਣੀ ਬੜੀ ਕਮਾਈ ਤੈਨੂੰ ਉਦਾਂ ਹੀ। ਇਹ ਜਿਹੜੇ ਲਿਆ ਕੇ ਉਧਰੋਂ ਝੋਨਾ ਇੱਥੇ ਤਕਾਲਾਂ ਨੂੰ ਭਰ ਕੇ ਤੇ ਮੰਡੀ ਵੇਚਦਾ, ਇਹ ਬੰਦ ਕਰ ਦੇ ਧੰਦਾ। ਇਹ ਯੂਪੀ ਵਾਲੇ ਬੰਦੇ ਸਾਡੇ ਝੋਨਾ ਲਾਉਂਦੇ ਆ, ਸਾਡੇ ਮੁੰਡਿਆਂ ਝੋਨਾ ਲਾਉਣ ਜਾਣਾ ਹੀ ਨਹੀਂ। ਇਹ ਤਾਂ ਪੰਜਾਬ ਮਰ ਜਾਣਾ ਉਹਦੇ ਨਹੀਂ। ਇਸ ਕਰਕੇ ਅਸੀਂ ਮੋਦੀ ਨੂੰ ਕਹਿੰਦੇ ਆ ਕੰਮ ਤੋਂ ਬੰਦ ਕਰੇ, ਇਹਦੇ ਤੇ ਬ੍ਰੇਕਾਂ ਲਾਵੇ। ਤੇ ਬਾਕੀ ਕੈਪਟਨ ਸਾਹਿਬ ਨੇ ਜਿਹੜਾ ਕੰਮ ਚੰਗਾ ਕੀਤਾ, ਇਹ ਤਾਂ ਮੰਤਰੀ ਆ, ਕੈਪਟਨ ਸਾਹਿਬ ਵੀ ਸੋਹਰਾ ਜਾ ਇਹਨਾਂ ਨੂੰ ਖਿੱਚੇ। ਹੁਣ ਖਿਚਾਈ ਸਾਡੀ ਆਵਾਜ਼ ਕੈਪਟਨ ਤੱਕ ਪਹੁੰਚਾਓ ਵੀ ਤੇਰਾ ਸੋਨੀ ਥੱਲੇ ਕੀ ਕਰਨ ਡਿਆ, ਤੇਰਾ ਕੈਪਟਨ ਮੰਤਰੀ ਆ। 15 ਗੱਡੀਆਂ 2 ਦਿਨਾਂ ਜਿਹਦੀਆਂ ਲੱਗੀਆਂ, ਮਹੀਨੇ 'ਚ ਕਿੰਨੀਆਂ ਆਉਂਦੀਆਂ ਹੋਣਗੀਆਂ? ਇਹ ਗੱਡੀਆਂ ਦੇ ਸੋਨੀ ਦੇ ਕੰਟਰੋਲ ਹੋਣਾ ਚਾਹੀਦਾ, ਸਾਰਿਆਂ ਦਾ ਹੀ ਹੋਣਾ ਚਾਹੀਦਾ। ਯੂਪੀ ਦੀ ਇੱਕ ਵੀ ਗੱਡੀ ਪੰਜਾਬ 'ਚ ਐਂਟਰ ਨਹੀਂ ਹੋਣੀ ਚਾਹੀਦੀ ਝੋਨੇ ਬਾਰੇ। ਸੋ ਦਰਸ਼ਕੋ ਤੁਸੀਂ ਦੇਖਿਆ ਕਿ ਅੱਜ ਬਜ਼ੁਰਗਾਂ ਦੇ ਮਨ ਵਿੱਚ ਕਿੰਨਾ ਖਦਸ਼ਾ ਹੈਗਾ ਕਿ ਜੇ ਅੱਜ ਯੂਪੀ ਦੇ ਭਈਏ ਇੱਥੇ ਆ ਕੇ 10-10 ਕਿੱਲਿਆਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਇੱਥੇ ਆ ਕੇ ਸਾਡੇ ਝੋਨਾ ਲਾ ਰਹੇ ਨੇ ਤੇ ਸਾਡੀ ਨੌਜਵਾਨ ਪੀੜ੍ਹੀ ਕੀ ਕਰੇਗੀ? ਆਤਮ ਹੱਤਿਆ ਕਰਨ ਤੇ ਮਜਬੂਰ ਹੋ ਜਾਏਗੀ। ਇਹ ਬਜ਼ੁਰਗਾਂ ਦਾ ਕਹਿਣਾ ਕਿ ਸਾਡੀ ਨੌਜਵਾਨ ਅੱਗੇ ਧਰਨੇ ਲਾਉਣ ਵਾਲੀ ਨਹੀਂ, ਕਿਉਂਕਿ ਉਹਨਾਂ ਕੋਲ ਇੱਕੋ ਹੀ ਆਪਸ਼ਨ ਬਚਦੀ ਹੈ ਕਿ ਉਹ ਆਪਣੀ ਜਵਾਨੀ ਦੇ ਵਿੱਚ ਹੀ ਜਿਹੜਾ ਕਿ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਜਾਣਗੇ। ਪਰ ਟੌਪ ਟੀਵੀ ਕਿਸੇ ਦੀਆਂ ਭਾਵਨਾਵਾਂ ਨਾਲ ਸਹਿਮਤ ਹੋਣਾ ਨਾ ਹੋਣਾ ਜ਼ਰੂਰੀ ਨਹੀਂ ਹੈ। ਅਗਰ ਤੁਹਾਡੇ ਮਨ ਵਿੱਚ ਕੋਈ ਵਿਚਾਰ ਆਉਂਦਾ ਤਾਂ ਤੁਸੀਂ ਵੀ ਟੌਪ ਟੀਵੀ ਕੈਨੇਡਾ ਦੇ ਨੀਚੇ ਦਿੱਤੇ ਬਾਕਸ ਵਿੱਚ ਆਪਣਾ ਵਿਚਾਰ ਪੇਸ਼ ਕਰ ਸਕਦੇ ਹੋ। ਤੁਸੀਂ ਬਣੇ ਰਹੋ ਟੌਪ ਟੀਵੀ ਕੈਨੇਡਾ ਦੇ ਨਾਲ। ਸਤਿ ਸ਼੍ਰੀ ਅਕਾਲ।